ਬਲਦ ਧਰਮ ਨੂੰ ਕਿਹਾ ਗਿਆ। ਧੌਲ ਧਰਮ, ਧੌਲ ਦਾ ਅਰਥ ਚਿੱਟੇ ਰੰਗ ਦਾ, ਇਸ ਕਰਕੇ ਧਰਮ ਨੂੰ ਸਫੈਦ ਰੰਗ ਦਾ ਮੰਨਿਆ ਗਿਆ। ਜਿੱਥੇ ਧਰਮ ਦੀ ਸ਼ਾਂਤੀ ਦੀ ਟਿਕਾ ਦੀ ਗੱਲ ਹੋਵੇਗੀ ਉਸ ਥਾਂ ਤੇ ਚਿੱਟਾ ਵਸਤਰ ਤੁਹਾਨੂੰ ਨਜ਼ਰ ਆਏਗਾ। ਇਸ ਲਈ ਕਹਿੰਦੇ ਇਸ ਧਰਤੀ ਨੂੰ ਚੁੱਕਿਆ ਹੋਇਆ ਧੌਲੇ ਰੰਗ ਦੇ ਧਰਮ ਨੇ, ਤੇ ਉਹ ਦਇਆ ਦਾ ਪੁੱਤਰ ਹੈ, ਦਇਆ ਵਿੱਚੋਂ ਪੈਦਾ ਹੁੰਦਾ। ਦਇਆ ਉਹਦੀ ਮਾਂ ਹੈ। ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਕਦੀ ਆ ਸਕਦਾ। ਜਿੱਥੇ ਮਨ ਸਖਤ ਹੈ ਤੇ ਸਵਾਰਥੀ ਹੈ ਉੱਥੇ ਕਿੱਥੇ ਧਰਮ। ਅੰਦਰ ਜਿੱਥੇ ਪੰਘਰਿਆ ਹੋਇਆ ਬਿਲਕੁਲ ਪਿਆਰ ਵਿੱਚ, ਦਇਆ ਦੇ ਵਿੱਚ, ਅੰਦਰ ਪਿਆਰ ਵਿੱਚ, ਉਸ ਦਇਆ ਰੂਪੀ ਮਾਂ ਦੇ ਘਰ ਵਿੱਚ, ਜਿਸ ਹਿਰਦੇ ਵਿੱਚ ਦਇਆ ਰੂਪੀ ਮਾਂ ਹੈ, ਉਹ ਮਾਂ ਹੀ ਧਰਮ ਨੂੰ ਜਨਮ ਦੇਵੇਗੀ। ਤੇ ਉਹ ਧਰਮ ਹੈ ਜਿਹੜਾ ਉਹਦੇ ਬਾਰੇ ਹਜ਼ੂਰ ਕਹਿੰਦੇ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ, ਸੂਤ ਦਾ ਅਰਥ ਹੈ ਸੂਤਰ, ਧਾਗਾ, ਮਰਿਆਦਾ। ਸੰਤੋਖ ਰੂਪੀ ਇੱਕ ਸੂਤਰ ਦਿੱਤਾ ਫਿਰ ਉਸ ਧਰਮ ਨੇ। ਪਹਿਲਾਂ ਦਇਆ ਤੋਂ ਧਰਮ, ਧਰਮ ਤੋਂ ਸੰਤੋਖ ਪੈਦਾ ਹੋਇਆ। ਸੰਤੋਖ ਦਾ ਅਰਥ ਕੀ ਹੈ? ਸੰਤੋਖ ਦਾ ਅਰਥ ਇਹ ਹੈ ਜੋ ਮੇਰੇ ਕੋਲ ਹੈ ਉਹ ਬਹੁਤ ਹੈ, ਜੋ ਮੇਰੇ ਕੋਲ ਨਹੀਂ ਮੈਂ ਉਹਦੇ ਬਾਰੇ ਕਲਪਨਾ ਨਹੀਂ। ਉਹਨੂੰ ਕਹਿੰਦੇ ਨੇ ਸੰਤੋਖੀ ਮਨੁੱਖ। ਸੰਤੋਖ ਦਾ ਸੂਤਰ, ਸੂਤਰ ਤਾਂ ਕਿਹਾ ਹੈ ਜਿਸ ਧਰਮੀ ਬੰਦੇ ਦੇ ਜੀਵਨ ਵਿੱਚ ਸੰਤੋਖ ਨਹੀਂ ਨਾ। ਸੂਤਰ ਤੁਸੀਂ ਵੇਖਿਆ ਹੋਣਾ, ਪਹਿਲਾਂ ਮਿਸਤਰੀ ਕੰਧਾਂ ਬਣਾਉਂਦੇ ਸਨ, ਕੋਠੇ ਬਣਾਉਂਦੇ ਸੀ, ਰਾਜ ਮਿਸਤਰੀ ਇੱਟਾਂ ਲਾਉਂਦੇ ਸੀ, ਅੱਜ ਵੀ ਉਸੇ ਤਰ੍ਹਾਂ ਬਣਾਉਂਦੇ ਨੇ। ਤਾਂ ਜਦੋਂ ਇੱਟਾਂ ਲਾਉਂਦੇ ਸੀ ਤੇ ਇੱਕ ਸਿਰੇ ਤੋਂ ਲੈ ਕੇ ਕੰਧ ਨੂੰ ਦੂਜੇ ਸਿਰੇ ਤੱਕ ਪਹਿਲਾਂ ਧਾਗਾ ਬੰਨ੍ਹਦੇ ਸੀ ਤੇ ਫਿਰ ਉਸ ਧਾਗੇ ਦੇ ਵਿੱਚ ਰਹਿ ਕੇ ਇੱਟਾਂ ਲਾਉਂਦੇ ਸੀ। ਧਾਗਾ ਇੱਕ ਲਾਈਨ ਖਿੱਚ ਦਿੰਦਾ ਸੀ, ਉਸ ਸੂਤਰ ਵਿੱਚ, ਉਸ ਧਾਗੇ ਦੇ ਅੰਦਰ ਅੰਦਰ ਤਾਂ ਕੰਧ ਸਿੱਧੀ ਬਣਦੀ ਸੀ। ਜੇ ਸੂਤਰ ਨਾ ਹੋਵੇ ਕੰਧ ਡਿੰਗੀ ਹੋ ਜਾਂਦੀ, ਕੰਧ ਡਿੱਗ ਪੈਂਦੀ। ਧਰਮ ਕਮਾਉਣ ਲੱਗ ਪਿਆ ਬੰਦਾ, ਸੰਤੋਖ ਅੰਦਰ ਹੈ ਨਹੀਂ, ਸਬਰ ਹੈ ਨਹੀਂ, ਧੀਰਜ ਹੈ ਨਹੀਂ। ਰੱਬ ਨਾਲ ਵੀ ਸੰਤੋਖੀ ਇਕੱਲੇ ਇਹ ਨਹੀਂ ਵੀ ਮਾਇਆ ਕਰਕੇ ਹੁੰਦੇ, ਧਰਮੀ ਬੰਦਾ ਵੀ, ਧਰਮ ਦਾ ਵੀ ਇੱਕ ਸੰਤੋਖ। ਸੰਤੋਖ ਕੀ ਹੈ? ਬਸ ਕਰੀ ਜਾ ਰਿਹਾ ਹੈ, ਗੁਰੂ ਦੇ ਹੁਕਮ ਦੇ ਵਿੱਚ ਸਿੱਖੀ ਕਮਾਈ ਜਾ ਰਿਹਾ ਹੈ, ਪਰ ਉਹਨੂੰ ਇਹ ਨਹੀਂ ਲੋਭ ਵੀ ਮੇਰੀ ਕੋਈ ਬੜੀ ਵੱਡੀ ਜਲਦੀ ਅਵਸਥਾ ਬਣ ਜਾਏ ਤੇ ਸਬਕਾਰ ਹੈ ਜੀ, ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਬਣਾ ਦਿਓ ਅਵਸਥਾ। ਜੇ ਨਹੀਂ ਬਣਾਉਂਦੇ ਤੇ ਤਾਂ ਵੀ ਕੋਈ ਲੋਭ ਨਹੀਂ, ਕੋਈ ਅੰਦਰ ਲਾਲਸਾ ਨਹੀਂ, ਅੰਦਰ ਟਿਕਿਆ ਹੋਇਆ ਸੰਤੋਖ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸੰਤੋਖ ਸੁਹਾਗਾ। ਸੰਤੋਖ ਦਾ ਸੁਹਾਗਾ ਜਿਹਦੇ ਜੀਵਨ ਵਿੱਚ ਸੰਤੋਖ ਥਾਪ ਰੱਖਿਆ, ਅਸਥਾਪਨ ਕੀਤਾ ਧਰਮ ਨੇ। ਸੂਤ, ਇਹਨਾਂ ਤਿੰਨ ਚੀਜ਼ਾਂ ਦਾ ਜੋੜ ਹੈ। ਦਇਆ, ਧਰਮ ਤੇ ਸੰਤੋਖ ਦਾ ਸੂਤਰ, ਇਹਦੇ ਨਾਲ ਸਾਰੇ ਸੰਸਾਰ ਨੂੰ ਸੰਤੋਖ ਦੀ ਮਰਿਆਦਾ ਵਿੱਚ ਬੰਨਿਆ। ਹਜ਼ੂਰ ਕਹਿੰਦੇ ਜੇ ਕੋ ਬੁਝੈ ਹੋਵੈ ਸਚਿਆਰ, ਧਵਲੇ ਉੱਪਰ ਕੇਤਾ ਭਾਰ। ਜੇ ਕੋਈ ਇਸ ਚੀਜ਼ ਨੂੰ ਬੁੱਝ ਲਵੇ ਨਾ ਵੀ ਦਇਆ, ਧਰਮ ਤੇ ਸੰਤੋਖ ਤਿੰਨਾਂ ਦਾ ਜੋੜ ਹੈ, ਫਿਰ ਉਹ ਸਚਿਆਰ ਮਨੁੱਖ ਇਸ ਗੱਲ ਨੂੰ ਬੁੱਝ ਲਏਗਾ। ਜੇ ਕੋ ਬੁੱਝੈ, ਜੇ ਇਸ ਵਿਚਾਰ ਨੂੰ ਕੋਈ ਬੁੱਝ ਲਵੇ ਤੇ ਸਚਿਆਰ ਹੋਵੇ, ਭਾਵ ਫੈਸਲਾ ਲੈਣ ਵਾਲਾ ਹੋਵੇ, ਤਾਂ ਉਹ ਇਸ ਗੱਲ ਨੂੰ ਜਾਣ ਲੈਂਦਾ ਵੀ ਧਵਲੇ ਉੱਪਰ ਕੇਤਾ ਭਾਰ। ਉਹ ਜਿਹਨੂੰ ਪੰਡਤ ਕਹਿੰਦੇ ਸਨ ਵੀ ਇੱਕ ਚਿੱਟੇ ਰੰਗ ਦਾ ਬਲਦ ਧਰਤੀ ਦੇ ਥੱਲੇ ਖੜਾ ਹੈ, ਉਹਦੇ ਉੱਤੇ ਕਿੰਨਾ ਕੁ ਭਾਰ ਟਿਕਿਆ, ਉਹਦੇ ਸਿੰਘਾਂ ਦੇ ਕਿੰਨਾ ਕੁ ਭਾਰ। ਇੱਥੇ ਇੱਕ ਗੁਰੂ ਸਾਹਿਬ ਕੁਐਸਚਨ ਕਰਦੇ ਨੇ ਸਮੇਂ ਦੇ, ਕਿਉਂਕਿ ਸਮੇਂ ਦੇ ਅਨੁਸਾਰ ਠੀਕ ਹੈ ਧਰਮ ਦੇ ਵਿੱਚ ਸ਼ਰਧਾ ਦੀ ਗੱਲ ਬੜੀ ਜ਼ਰੂਰੀ ਹੈ, ਪਰ ਕਈ ਵਾਰੀ ਹਰ ਇੱਕ ਚੀਜ਼ ਦੀ ਲਿਮਟ ਹੈ, ਹਰ ਇੱਕ ਚੀਜ਼ ਦੀ ਹੱਦ ਹੈ। ਜੇ ਸ਼ਰਧਾ ਦੀ ਗੱਲ ਵੀ ਅਸੀਂ ਕੋਈ ਕਰਨੀ ਹੈ ਨਾ, ਤੇ ਉਹਦਾ ਕੋਈ ਬੇਸਿਕ ਮੂਲ ਆਧਾਰ ਤੇ ਹੋਣਾ ਚਾਹੀਦਾ। ਜਦੋਂ ਅਸੀਂ ਕੋਈ ਸਾਖੀ ਸੁਣਾਉਂਦੇ ਹਾਂ, ਠੀਕ ਹੈ ਸਾਖੀਆਂ ਇਤਿਹਾਸ ਗੁਰੂ ਸਾਹਿਬ ਦੇ ਜੀਵਨ ਵਿੱਚ ਵਰਤਿਆ, ਪਰ ਘੱਟੋ ਘੱਟ ਉਹਦਾ ਕਿਤੇ ਜੋੜ ਲੇਖਾ ਕਿਤੇ ਗੁਰਬਾਣੀ ਨਾਲ ਤੇ ਮਿਲਦਾ ਹੋਵੇ, ਫਿਰ ਉਹ ਸਾਖੀ ਪ੍ਰਵਾਨ ਹੈ। ਇੱਥੇ ਪੰਡਤ ਜੀ ਕਹਿ ਰਹੇ ਸਨ ਬਈ ਧਰਤੀ ਨੂੰ ਤੇ ਚੁੱਕਿਆ ਹੋਇਆ ਚਿੱਟੇ ਬਲਦ ਨੇ, ਚੰਦਰਮਾ ਦੇ ਵਿੱਚ ਕਾਲੇ ਖੱਡੇ ਸਨ, ਉਹਨੂੰ ਕਹਿੰਦੇ ਸਨ ਬੁੱਢੀ ਮਾਈ ਚਰਖਾ ਕੱਤੀ ਜਾਂਦੀ ਹੈ। ਕਿੰਨੇ ਅੰਧ ਵਿਸ਼ਵਾਸ ਚੱਲਦੇ ਰਹੇ, ਵਿਗਿਆਨ ਨੇ ਸਾਰੇ ਤੋੜ ਦਿੱਤੇ ਨੇ, ਵਿਗਿਆਨ ਨੇ ਸਭ ਤਹਿਸ ਨਹਿਸ ਕਰ ਦਿੱਤੇ। ਗੁਰੂ ਸਾਹਿਬ ਨੇ ਉਦੋਂ ਹੀ ਇੱਕ ਪ੍ਰਸ਼ਨ ਕੀਤਾ, ਕਹਿੰਦੇ ਤੁਸੀਂ ਕਹਿੰਦੇ ਹੋ
इस धरती दे थल्ले एक बल्द खड़ा है, पर मैनू इस गल का जवाब दिओ तुसीं कि फिर इस बल्द दे पैरां दे थल्ले किहड़ी होर जमीन है जां कोई कंध बनी जिहदे उत्ते बल्द खड़ा होवे? कौन है? धरती होर पर है, होर जे आपां मन लईए भी इस धरती दे थल्ले बल्द है, उहदे थल्ले एक होर धरती, उहदे थल्ले होर बल्द, उहदे थल्ले होर धरती, ते कित्थों को तक ये धरतियां होणगीਆਂ ते जिहड़ा अखीरला बल्द होवेगा तिस ते भार तलै कमन जोर, ਉਹ ਕਿਹੜਾ ਜ਼ੋਰ ਹੈ ਜਿਹੜਾ ਅਖੀਰਲੇ ਬਲਦ ਦੇ ਪੈਰਾਂ ਥੱਲੇ ਉਹਨੂੰ ਫੜ ਕੇ ਰੱਖਦਾ? ਅਸਲ ਵਿੱਚ ਗੁਰੂ ਸਾਹਿਬ ਇੱਥੇ ਇਸ਼ਾਰਾ ਕਰ ਰਹੇ ਨੇ, ਭਾਈ ਨਹੀਂ, ਇਸ ਸਾਰੀ ਧਰਤੀ ਨੂੰ ਉਸ ਵਾਹਿਗੁਰੂ ਦੇ ਨਾਮ ਰੂਪੀ ਧਰਮ ਨੇ ਚੁੱਕਿਆ ਹੋਇਆ, ਉਹਨੇ ਫੜਿਆ ਹੋਇਆ ਹੈ। ਆ ਪੰਜ ਤੱਤ ਨੇ, ਇਹਨਾਂ ਦੀ ਮਰਿਆਦਾ ਬਣਾਈ ਹੋਈ ਹੈ। ਜਿਵੇਂ ਪੰਜ ਤੱਤ ਨੇ, ਪਾਣੀ ਨੂੰ ਹਵਾ ਨੇ ਚੁੱਕਿਆ ਹੋਇਆ, ਹਵਾ ਨੂੰ ਆਕਾਸ਼ ਨੇ ਧਾਰਿਆ ਹੋਇਆ, ਥੱਲੇ ਮਿੱਟੀ ਹੈ ਤੇ ਵਿੱਚ ਅਗਨੀ, ਇਹ ਸਾਰੇ ਇੱਕ ਦੂਜੇ ਨਾਲ ਉਹਨੇ ਸੰਜੋਗ ਕੇ ਨਾਮ ਨਾਲ ਇਹਨਾਂ ਦੀ ਮਰਿਆਦਾ ਬਣਾਈ, ਇਕੱਠੇ ਕਰਦੇ। ਆ ਸਰੀਰ ਦਾ ਹਾਲਾਤ ਇਸ ਤਰ੍ਹਾਂ, ਸਾਡੇ ਸਰੀਰ ਦੀ ਜਿਹੜੀ ਜੁਗਤ ਹੈ ਉਹ ਵੀ ਇਸੇ ਤਰ੍ਹਾਂ ਮਰਿਆਦਾ ਨਾਲ ਵਾਹਿਗੁਰੂ ਨੇ ਬੰਨ੍ਹ ਦਿੱਤੀ, ਬਖਸ਼ਿਸ਼ ਕਰ ਦਿੱਤੀ। ਇਸੇ ਤਰ੍ਹਾਂ ਕਹਿੰਦੇ ਨਹੀਂ, ਮੇਰੇ ਸਿੱਖ ਨੇ ਇਹਨਾਂ ਭਰਮਾਂ ਵਿੱਚ ਨਹੀਂ ਪੈਣਾ। ਅਸਲ ਵਿੱਚ ਧਰਮ ਜਿਹੜਾ ਉਹਨੇ ਚੁੱਕਿਆ ਹੋਇਆ ਸਾਰੀ ਧਰਤੀ ਨੂੰ, ਤੇ ਧਰਮ ਨੇ ਹੀ ਚੁੱਕਿਆ ਹੋਇਆ ਸਾਰੇ ਮਨੁੱਖਾਂ ਨੂੰ, ਕੱਲੇ ਸਰੀਰ ਕਰਕੇ ਨਹੀਂ, ਮਨ ਕਰਕੇ ਵੀ। ਆਪਾਂ ਕਹਿੰਦੇ ਆ ਨਾ, ਜਦੋਂ ਬਲਦ ਜਿਹੜਾ ਸਿੰਘ ਬਦਲਦਾ ਤੇ ਭੁਚਾਲ ਆਉਂਦੇ ਨੇ, ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਜਿਸ ਬੰਦੇ ਦੇ ਜੀਵਨ ਵਿੱਚੋਂ ਧਰਮ ਨਿਕਲ ਗਿਆ, ਦਇਆ ਨਿਕਲ ਗਈ ਤੇ ਸੰਤੋਖ, ਉਹਦਾ ਮਨ ਡੋਲਣ ਲੱਗ ਪਿਆ, ਉਹਦੇ ਮਨ ਵਿੱਚ ਭੁਚਾਲ ਆਉਣ ਲੱਗ ਪੈਣਗੇ, ਮਨ ਡੋਲ ਜਾਏਗਾ। ਮਨ ਕਿਉਂ ਡੋਲਦਾ? ਪਹਿਲੀ ਦਇਆ ਨਹੀਂ ਅੰਦਰ, ਫਿਰ ਧਰਮ ਨਹੀਂ, ਫਿਰ ਸੰਤੋਖ ਕੋਈ ਨਹੀਂ। ਜੇ ਸੰਤੋਖ ਹੋਵੇ ਤੇ ਬੰਦਾ ਡੋਲੇ ਕਿਉਂ? ਡੋਲਣ ਦਾ ਕਾਰਨ ਹੀ ਸੰਤੋਖ ਨੇ। ਲੋਭੀ ਵਿਅਕਤੀ ਬਹੁਤ ਕਮਜ਼ੋਰ ਹੋਵੇਗਾ, ਉਹਦਾ ਧਿਆਨ ਹੀ ਦਿਨ ਰਾਤ ਧਨ ਤੇ ਹੈ, ਧਰਮ ਤੇ ਨਹੀਂ। ਇਸ ਕਰਕੇ ਕਹਿੰਦੇ ਨੇ ਸਿਰਫ ਧਰਮ ਨੇ ਹੀ ਜ਼ਮੀਨ ਨੂੰ ਚੁੱਕਿਆ ਹੋਇਆ, ਸਿਰਫ ਧਰਮ ਹੀ ਸਾਰਿਆਂ ਦਾ ਆਸਰਾ ਹੈ। ਤੇ ਜਦੋਂ ਇਸ ਸੰਸਾਰ ਵਿੱਚੋਂ ਧਰਮ ਘਟ ਜਾਂਦਾ ਹੈ, ਉਦੋਂ ਇਹ ਸਾਰੀ ਖਲਕਤ ਡੋਲਣ ਲੱਗ ਪੈਂਦੀ, ਧਰਤੀ ਤੇ ਭਾਰ ਵੱਧ ਜਾਂਦਾ ਹੈ। ਉਹਨਾਂ ਨੂੰ ਅਕਿਰਤ ਗਣ ਕਿਹਾ, ਜਿਹੜੇ ਦਿੱਤੇ ਨੂੰ ਜਾਣਦੇ ਨਹੀਂ। ਇਸ ਤੋਂ ਅੱਗੇ ਹਜ਼ੂਰ ਕਹਿੰਦੇ ਜੀ ਜਾਤ ਰੰਗਾਂ ਕੇ ਨਾਵ, ਇੱਥੇ ਪਤਾ ਨਹੀਂ ਕਿੰਨੇ ਕੁ ਜੀਵ ਉਸ ਵਾਹਿਗੁਰੂ ਅਕਾਲ ਪੁਰਖ ਨੇ ਪੈਦਾ ਕਰ ਦਿੱਤੇ, ਜਿਨ੍ਹਾਂ ਦੇ ਰੰਗ ਵੀ ਕਈ ਨੇ, ਜਿਨ੍ਹਾਂ ਦੇ ਨਾਮ ਵੀ ਕਈ ਨੇ। ਹੁਣ ਇੱਥੇ ਇੱਕ ਸਵਾਲ ਪੈਦਾ ਹੋਵੇਗਾ ਵੀ ਜੇ ਇੱਥੇ ਤਾਂ ਰੱਬ ਦੇ ਨਾਮ ਦੀ ਗੱਲ ਚੱਲਣੀ ਸੀ, ਹੁਣ ਲੋਕਾਂ ਦੀ, ਜੀਵਾਂ ਦੀ, ਪਤਾਲਾਂ ਦੀ, ਅੱਗੇ ਬੜੇ ਸ਼ਬਦ ਆਉਣਗੇ, ਇਹ ਕਿਉਂ ਆ ਗਿਆ? ਅਸਲ ਵਿੱਚ ਜਦੋਂ ਕੋਈ ਨਾਮ ਜਪਦਾ ਹੈ, ਬੰਦਗੀ ਕਰਦਾ ਹੈ, ਉਹਦੀ ਸੁਰਤ ਜਦੋਂ ਪਰਮਾਤਮਾ ਵੱਲ ਜਾਂਦੀ ਹੈ ਤੇ ਰਸਤੇ ਦੇ ਵਿੱਚ ਕੁਦਰਤ ਆਵੇਗੀ। ਸਭ ਤੋਂ ਪਹਿਲਾਂ ਕੁਦਰਤ ਉਹਦੇ ਸਾਹਮਣੇ ਆਵੇਗੀ, ਕੁਦਰਤ ਦੇ ਭੇਦ ਖੁੱਲਣਗੇ। ਭਗਤੀ ਸ਼ੁਰੂ ਉਸ ਤੋਂ ਬਾਅਦ ਹੋਵੇਗੀ। ਕੁਦਰਤ ਦੇ ਭੇਦ ਖੁੱਲਣਗੇ ਤੇ ਉਹਨਾਂ ਭੇਦਾਂ ਦੇ ਵਿੱਚ ਕੀ ਹੋਵੇਗਾ? ਇਹ ਕਿਉਂ ਆਇਆ ਵਿੱਚ? ਗੁਰੂ ਸਾਹਿਬ ਨੇ ਅੱਗੇ ਆਪਾਂ ਬਾਣੀ ਵਿੱਚ ਜਾਵਾਂਗੇ, ਵੇਖੋਗੇ ਕਿੰਨੀ ਕਾਇਨਾਤ ਦੀ ਵਿਆਖਿਆ, ਪਾਣੀ ਦੀ, ਅਗਨੀ ਦੀ, ਰੁੱਖਾਂ ਦੀ, ਆਕਾਸ਼ਾਂ ਦੀ, ਪਤਾਲਾਂ ਦੀ, ਵਾਹਿਗੁਰੂ ਦੇ ਕਰਤਬਾਂ ਦੀ ਗੱਲ ਕਿਉਂ ਆਈ ਹੈ? ਅਸਲ ਵਿੱਚ ਜਦੋਂ ਕੋਈ ਗਿਆਨ ਖੰਡ ਵਿੱਚ ਜਾਂਦਾ ਹੈ, ਇਸ ਬ੍ਰਹਿਮੰਡ ਦੇ ਗੁਪਤ ਭੇਦ ਉਹਦੇ ਸਾਹਮਣੇ ਖੁੱਲ ਜਾਂਦੇ ਨੇ। ਉਹ ਇੱਕ ਅੱਗ ਦੇ ਇੱਕ ਰੁੱਖ ਦੇ ਵਿੱਚ ਵੇਖ ਲੈਂਦਾ ਵੀ ਅੱਗ ਹੈ, ਇੱਕ ਫੁੱਲ ਦੇ ਵਿੱਚ। ਬਾਣੀ ਵਿੱਚ ਸ਼ਬਦ ਆਉਣਗੇ ਅੱਗੇ ਜਾ ਕੇ ਕਿ ਵੇਖੋ ਉਹਦੀ ਕੁਦਰਤ ਦਾ ਕਮਾਲ, ਵੇਖੋ ਕਿ ਭੀਤਰ ਅਗਨ ਬਨਸਪਤ ਮੌਲੀ, ਰੁੱਖ ਦੇ ਅੰਦਰ ਅੱਗ ਬਲਦੀ ਪਈ ਏ ਤੇ ਬਾਹਰ ਵੇਖੋ ਫੁੱਲ ਖਿੜਿਆ। ਕਿੱਡਾ ਸਮਰੱਥ ਵਾਹਿਗੁਰੂ ਅਕਾਲ ਪੁਰਖ, ਜਿਹਨੇ ਅੱਗ ਨੂੰ ਤੇ ਹਰੇ ਪੱਤਿਆਂ ਨੂੰ ਇਕੱਠੇ ਰੱਖਿਆ, ਨਹੀਂ ਤੇ ਅੱਗ ਜਿਹੜੀ ਹਰੇ ਪੱਤਿਆਂ ਨੂੰ ਸਾੜ ਦਿੰਦੀ। ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਵੀ ਇਹੋ ਜਿਹੇ ਸ਼ਬਦ ਕਿਉਂ ਨੇ? ਫੁੱਲਾਂ ਦੀ ਵਿਆਖਿਆ ਹੋਵੇਗੀ, ਅੱਗ ਦੀ ਹੋਵੇਗੀ, ਪਾਣੀ ਦੀ। ਇਹ ਤਾਂ ਨੇ, ਇਹਦੇ ਤੋਂ ਬਿਨਾਂ ਬੰਦੇ ਦਾ ਦਿਮਾਗ ਤੇ ਬੁੱਧੀ ਹੈਰਾਨ ਨਹੀਂ ਹੁੰਦੇ, ਹੈਰਾਨ ਨਹੀਂ ਹੁੰਦੇ। ਤੇ ਹੈਰਾਨ ਹੋਣੇ ਜ਼ਰੂਰੀ ਨੇ। ਕਿਉਂ? ਮਨੁੱਖ ਦੀ ਬੁੱਧੀ ਜਦੋਂ ਹੈਰਾਨ ਹੁੰਦੀ ਹੈ ਤੇ ਜਾਂ ਸਵਾਦ ਵਿੱਚ ਜਾਂਦੀ, ਉਦੋਂ ਬੰਦ ਹੁੰਦੀ, ਨਹੀਂ ਤੇ ਚੱਲੀ ਹੋ ਜਾਂਦੀ। ਵਿਚਾਰ ਰੁਕਦੇ ਨਹੀਂ, ਵਿਚਾਰ ਰੁਕਦੇ ਚੱਲੇ ਜਾਂਦੇ। ਤੁਸੀਂ ਕਦੀ ਵੇਖੋਗੇ ਜਦੋਂ ਕੋਈ ਨਵੀਂ ਚੀਜ਼ ਸਾਹਮਣੇ ਆ ਗਈ ਤੇ ਚੌਵਾਂ ਪਾਸੋਂ ਵਿਚਾਰ ਰੁਕ ਕੇ ਉਹਦੇ ਉੱਤੇ ਟਾਰਗੇਟ ਹੋ ਜਾਏਗਾ, ਫੋਕਸ ਇੱਕੋ ਥਾਂ ਤੇ ਵੀ ਆਹ ਕੀ, ਵੇਖੋ ਕਮਾਲ ਹੋ ਗਈ।
ਆਹ ਤੇ ਫੁੱਲ ਕਦੀ ਵੇਖੇ ਨਹੀਂ ਸੀ, ਇਸ ਫੁੱਲ ਦਾ ਰੰਗ ਤੇ ਕਦੀ ਵੇਖੇ। ਉਦੋਂ ਕੀ ਹੋਵੇਗਾ? ਉੱਥੇ ਧਿਆਨ ਇਕਾਗਰ, ਵਿਚਾਰ ਬੰਦ ਹੋ ਜਾਣਗੇ, ਬੁੱਧੀ ਦਾ ਸਵਿਚ ਜਿਹੜਾ ਆਫ ਹੋ ਜਾਏਗਾ। ਆਨੰਦ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਵਾਸਤੇ ਬੁੱਧੀ ਆਫ ਹੋਣੀ ਜ਼ਰੂਰੀ ਹੈ, ਬੰਦ ਹੋਣੀ ਜ਼ਰੂਰੀ ਹੈ, ਸਮੇਂ ਵਾਸਤੇ, ਲਗਾਤਾਰ ਨਹੀਂ। ਜਦੋਂ ਆਨੰਦ ਵਿੱਚੋਂ ਵਾਪਸ ਆਉਣਾ ਸਿੱਖ ਨੇ, ਫਿਰ ਬੁੱਧੀ ਨੂੰ ਚਲਾ ਲੈਣਾ। ਉਹਦਾ ਸਵਿਚ ਹੈ ਹੈਰਾਨ ਕਰਨਾ। ਹੈਰਾਨੀ ਬੁੱਧੀ ਨੂੰ ਬੰਦ ਕਰ ਦਿੰਦੀ ਹੈ, ਤੇ ਜਦੋਂ ਹੈਰਾਨੀ ਨਹੀਂ ਹੁੰਦੀ ਉਦੋਂ ਨਹੀਂ ਬੰਦ। ਇਸੇ ਤਰ੍ਹਾਂ ਜਦੋਂ ਇੱਕ ਸਾਧੂ, ਇੱਕ ਰੱਬ ਦਾ ਪਿਆਰਾ ਵਾਹਿਗੁਰੂ ਸ਼ਬਦ ਦੇ ਨਾਲ ਜੁੜ ਕੇ, ਗੁਰਬਾਣੀ ਨਾਲ, ਜਪਜੀ ਨਾਲ ਜੁੜ ਕੇ ਇਸ ਦੇ ਸੰਸਾਰ ਤੋਂ ਅਗਲੇ ਸੰਸਾਰ ਦੇ ਵਿੱਚ ਪੈਰ ਰੱਖਦਾ ਹੈ, ਤੇ ਉੱਥੇ ਸਾਰਾ ਕੁਝ ਨਵਾਂ ਹੈ, ਇੱਥੋਂ ਨਾਲੋਂ ਵੱਖਰਾ ਹੈ। ਇਹ ਨਹੀਂ, ਇਸ ਲਈ ਉਹ ਹੈਰਾਨ ਰਹੇਗਾ। ਜਿਵੇਂ ਬੱਚੇ ਨੇ ਨਵਾਂ ਜਨਮ ਲਿਆ ਹੋਵੇ, ਤੁਸੀਂ ਕਦੀ ਵੇਖਣਾ ਛੋਟੇ ਬੱਚੇ ਨੂੰ ਮਹੀਨੇ ਦੇ, 2 ਮਹੀਨਿਆਂ, 3 ਮਹੀਨੇ ਦਾ ਬੱਚਾ ਕਿਸੇ ਚੁੱਕਿਆ ਹੋਵੇਗਾ ਆਪਣੀ ਗੋਦ ਵਿੱਚ, ਉਹ ਜਿੱਧਰ ਵੇਖੇਗਾ ਹੈਰਾਨ ਹੋ ਕੇ, ਜਿਵੇਂ ਨਵਾਂ। ਕਿਉਂ? ਉਹ ਇੱਕ ਨਵੀਂ ਦੁਨੀਆ ਵਿੱਚ ਆਇਆ ਹੈ, ਪਿੱਛੇ ਕਿਤੇ ਹੋਰ ਰਿਹਾ ਹੈ। ਨਵੀਂ ਦੁਨੀਆ ਵੇਖ ਕੇ ਉਹਦਾ ਚਿਹਰਾ 24 ਘੰਟੇ ਹੈਰਾਨ ਰਹੇਗਾ। ਇਸ ਹੈਰਾਨੀ ਦੇ ਕਾਰਨ ਹੀ ਉਹਦੇ ਵਿੱਚ ਆਨੰਦ ਵੱਧਦਾ ਰਹਿੰਦਾ। ਮਨੁੱਖ ਹੈਰਾਨ ਹੀ ਨਹੀਂ ਹੁੰਦਾ। ਉਹ ਕਹਿੰਦਾ ਰੋਜ਼ ਆ ਜੋ ਕੁਝ ਅੱਜ ਵੇਖਿਆ ਕੱਲ ਵੀ ਤੇ ਵੇਖਿਆ ਸੀ, ਪਰਸੋਂ ਵੇਖਿਆ ਸੀ। ਸੁੱਕ ਜਾਂਦਾ ਸਭ ਕੁਝ ਹੌਲੀ ਹੌਲੀ, ਪਰ ਜਿੱਦਣ ਕੋਈ ਕਿਸੇ ਦਾ ਉਸ ਬੱਚੇ ਵਾਂਗੂ ਵਾਹਿਗੁਰੂ ਦੇ ਘਰ ਵਿੱਚ ਨਵਾਂ ਜਨਮ ਹੁੰਦਾ ਹੈ, ਤੇ ਉੱਥੇ ਨਵੀਂ ਤੋਂ ਨਵੀਂ ਦੁਨੀਆ ਵੇਖਦਾ ਤੇ ਹੈਰਾਨ ਤੇ ਵਿਸਮਾਦ ਹੋ ਜਾਂਦਾ। ਉਸ ਦੁਨੀਆ ਵਿੱਚ ਕਹਿੰਦਾ ਹੈ ਜੀ ਜਾਤ ਰੰਗਾਂ ਕੇ ਨਾਵ, ਪਤਾ ਨਹੀਂ ਕਿੰਨੇ ਕੁ ਜੀਵ ਨੇ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਣ ਮਹੇਸ਼। ਜੀ ਜਾਤ ਰੰਗਾਂ ਕੇ ਨਾਵ, ਇੱਕ ਚੀਜ਼ ਉਹਦੀ ਖੁੱਲੀ ਹੋਈ ਅੱਖ ਹੋਰ ਵੇਖ ਲੈਂਦੀ। ਉਹ ਕੀ ਹੈ? ਸਭਨਾ ਲਿਖਿਆ, ਸਾਰਿਆਂ ਦੇ ਮੱਥੇ ਦੇ ਉੱਤੇ ਉਹਨਾਂ ਦੇ ਜੀਵਨ ਦਾ ਬਾਇਓਡਾਟਾ ਪ੍ਰਮਾਤਮਾ ਨੇ ਲਿਖਿਆ, ਮਸਤਕ ਨੂੰ ਵੇਖ ਸਕਦਾ। ਵੁੜੀ ਕਲਾਮ, ਵੁੜੀ ਦਾ ਅਰਥ ਹੈ ਚੱਲਦੀ ਹੋਈ ਕਲਮ, ਵੁੜੀ ਚੱਲਦੀ ਹੋਈ, ਕਲਾਮ ਦਾ ਅਰਥ ਹੈ ਕਲਮ। ਵਾਹਿਗੁਰੂ ਨੇ ਹਰ ਇੱਕ ਮਨੁੱਖ ਦੇ ਮਸਤਕ ਦੇ ਉੱਤੇ ਆਪਣੀ ਕਲਮ ਦੇ ਦੁਆਰਾ ਇੱਕ ਵਿਸ਼ੇਸ਼ ਲੇਖ ਲਿਖ ਕੇ ਉਹਨੂੰ ਜਨਮ ਦਿੱਤਾ ਹੈ। ਉਹਦੇ ਲੇਖ ਲਿਖੇ ਨੇ, ਮਸਤਕ ਲੇਖਾਂ ਦਾ ਭਰਿਆ ਹੋਇਆ। ਪਰ ਅੱਗੇ ਇੱਕ ਬਹੁਤ ਮਹਿੰਗਾ ਸ਼ਬਦ ਕਿਹਾ, ਇਹੋ ਲੇਖਾ ਲਿਖ ਜਾਣੈ ਕੋਈ। ਕੋਈ ਵਿਰਲਾ ਮਨੁੱਖ ਹੈ ਜਿਹੜਾ ਸਾਧਨਾ ਦੁਆਰਾ, ਸਿਮਰਨ ਦੁਆਰਾ ਆਪਣੇ ਅੰਦਰ ਲਿਖੇ ਹੋਏ ਵਾਹਿਗੁਰੂ ਦੇ ਲੇਖਾਂ ਨੂੰ ਪੜ੍ਹ ਲੈਂਦਾ ਹੈ ਕਿ ਵਾਹਿਗੁਰੂ ਨੇ ਮੇਰੇ ਵਾਸਤੇ ਕੀ ਲਿਖ ਕੇ ਭੇਜਿਆ ਸੀ, ਮੈਂ ਕੀ ਕਰਨਾ। ਪਹਿਲਾ ਜਨਮ ਕਿਵੇਂ ਹੋਇਆ? ਲੇਖ ਪਹਿਲਾਂ ਦੇ ਲਿਖੇ ਹੋਏ ਨੇ। ਪਹਿਲਾ ਲੇਖ ਕਿਹੜਾ ਹੈ? ਅਸੀਂ ਕਹਿੰਦੇ ਹਾਂ ਵੀ ਲੇਖਾਂ ਕਰਕੇ, ਕਰਮਾਂ ਕਰਕੇ ਜਾਂ ਵਾਸ਼ਨਾ ਕਰਕੇ ਬੰਦਾ ਜਨਮ ਲੈਂਦਾ ਹੈ। ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ, ਫਿਰ ਜਦੋਂ ਪਹਿਲਾ ਜਨਮ ਹੋਇਆ ਸੀ ਸਾਡਾ, ਉਦੋਂ ਕਿਹੜੀ ਵਾਸ਼ਨਾ ਸੀ, ਉਦੋਂ ਕਿਹੜੀ ਇੱਛਾ ਸੀ, ਉਦੋਂ ਕਿਹੜਾ ਲੇਖ ਸੀ? ਉਦੋਂ ਇੱਕ ਲੇਖ ਸੀ ਬਹੁਤ ਵੱਡਾ। ਉਹ ਕਿਹੜਾ ਸੀ? ਅਕਾਲ ਪੁਰਖ ਨੇ ਸਾਡੇ ਅੰਦਰ ਇੱਕ ਵਾਸ਼ਨਾ ਪੈਦਾ ਕਰਕੇ ਜਨਮ ਦਿੱਤਾ ਸੀ ਕਿ ਮੈਂ ਪ੍ਰੇਮ ਕਰਾਂ ਉਸ ਨੂੰ, ਪਰਮਾਤਮਾ ਨੂੰ ਪ੍ਰੇਮ ਕਰੇ ਮਨੁੱਖ, ਇਸ ਵਾਸਤੇ ਦਿੱਤਾ ਸੀ। ਉਹ ਲੇਖ ਲਿਖਿਆ ਸੀ ਪ੍ਰੇਮ ਦਾ ਅੰਦਰ, ਸਿਮਰਨ ਦਾ ਲੇਖ ਲਿਖ ਕੇ ਭੇਜਿਆ। ਇਸ ਕਰਕੇ ਬਾਣੀ ਉਸ ਲੇਖ ਦਾ ਜ਼ਿਕਰ ਕਰਦੀ ਏ। ਜਦੋਂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਇਓ ਪੜਨ ਸੁਣਨ ਕੋ ਬਾਣੀ, ਇੱਥੇ ਤੂੰ ਕਾਹਦੇ ਵਾਸਤੇ ਆਇਆ? ਬਾਣੀ ਪੜਨ ਵਾਸਤੇ, ਨਾਮ ਸਿਮਰਨ ਕਰਨ ਵਾਸਤੇ। ਪਰਮਾਤਮਾ ਨੇ ਕਿਹੜਾ ਲੇਖ ਲਿਖ ਕੇ ਭੇਜਿਆ ਸੀ ਤੈਨੂੰ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਲੇਖ ਲਿਖ ਕੇ ਪਰਮਾਤਮਾ ਨੇ ਮਨੁੱਖ ਨੂੰ ਪੈਦਾ ਕੀਤਾ ਸੀ। ਪਰ ਜਦੋਂ ਇੱਥੇ ਜਨਮ ਲਿਆ, ਜਿਹੜੇ ਅੱਗੋਂ ਮਿਲੇ ਮਾਤਾ ਪਿਤਾ, ਭੈਣ ਭਰਾ ਤੇ ਰਿਸ਼ਤੇਦਾਰ, ਉਹ ਤੇ ਆਪ ਗੁਆਚੇ ਫਿਰਦੇ ਸਨ। ਉਹਨਾਂ ਕਿੱਥੇ ਦੱਸਣਾ ਸੀ ਤੇਰੇ ਲੇਖ ਅੰਦਰ ਕਿਹੜਾ? ਵੇਖ ਲੈ, ਕੋਈ ਵਿਰਲਾ ਹੈ, ਕੋਈ ਵਿਰਲਾ ਜਿਹਨੂੰ ਸੰਗਤ ਮਿਲ ਜਾਂਦੀ ਹੈ। ਉਹ ਫਿਰ ਪਲਟ ਕੇ ਆਪਣੇ ਉਸ ਲੇਖ ਨੂੰ ਪੜ੍ਹ ਲੈਂਦਾ ਹੈ ਕਿ ਮੈਂ ਕੀ ਕਰਨ ਵਾਸਤੇ ਆਇਆ, ਤੇ ਫਿਰ ਉਸ ਕੰਮ ਨੂੰ, ਫਿਰ ਉਸ ਕਾਰਜ ਨੂੰ ਉਹ ਕਰਦਾ ਹੈ। ਇਸ ਕਰਕੇ ਉਹ ਇਹ ਲੇਖਾ ਲਿਖ ਜਾਣਾ ਕੋਈ ਵਿਰਲਾ ਮਨੁੱਖ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਅੱਖ ਨੂੰ ਲੱਭ ਲੈਂਦਾ ਜਿਹਦੇ ਨਾਲ ਆਪਣੇ ਅੰਦਰ ਲਿਖੇ ਹੋਏ ਲੇਖ ਪੜ੍ਹੇ ਜਾ ਸਕਦੇ ਨੇ। ਮੈਂ ਕਿਉਂ ਆਇਆ ਸੀ? ਜਿਸ ਦਿਨ ਉਹ ਲੇਖ ਪੜ੍ਹਿਆ ਗਿਆ,
ਬਾਕੀ ਦੇ ਲੇਖ ਸਾਰੇ ਖਤਮ ਹੋ ਗਏ, ਪੁੰਝੇ ਗਏ। ਉਹਨੂੰ ਕਿਹਾ ਗੁਰੂ ਰਾਮਦਾਸ ਜੀ ਨੇ ਕਿ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਾਰੇ ਕਾਗਜ਼ ਪਾੜ ਗਏ, ਇੱਕੋ ਹੀ ਲੇਖ ਬਚਿਆ। ਉਹ ਕਿਹੜਾ ਲੇਖ ਸੀ? ਉਹ ਲੇਖ ਸੀ ਨਾਮ ਜਪਣਾ। ਫਿਰ ਉਹ ਸਿੱਧੇ ਟਾਰਗੇਟ ਤੇ ਤੁਰ ਪੈਂਦਾ, ਸਿੱਧੇ ਨਿਸ਼ਾਨੇ ਤੇ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਇਹ ਲਿਖਿਆ ਹੋਇਆ ਲੇਖ ਤੇ ਲੇਖਾ ਸਾਰੇ ਜੀਵਾਂ ਦੇ ਮੱਥੇ ਦੇ ਉੱਤੇ ਜੋ ਲਿਖਿਆ, ਇਹ ਕਿੰਨਾ ਕੁ ਵੱਡਾ ਹੈ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਅਥਾਹ ਹੈ, ਵੱਡਾ ਹੈ, ਬੇਅੰਤ ਹੈ। ਕਈ ਵਾਰੀ ਤੇ ਉਹਨਾਂ ਨੂੰ ਜਰਨਾ ਕਠਿਨ ਹੋ ਜਾਂਦਾ। ਇਧਰੋਂ ਸੋਚਿਆ ਤੇ ਉਧਰੋਂ ਹੋ ਗਿਆ, ਹਲਚਲ ਮਚ ਜਾਂਦੀ ਉਹਨਾਂ ਦੇ ਜੀਵਨ ਵਿੱਚ। ਤਾਣ ਹੀ ਤਾਣ, ਸ਼ਕਤੀ ਹੀ ਸ਼ਕਤੀ। ਕਈ ਵਾਰੀ ਤੇ ਫਿਰ ਇਹ ਵੀ ਮਹਿਸੂਸ ਹੁੰਦਾ ਵੀ ਕਿਤੇ ਉਸ ਮਨੁੱਖ ਤੋਂ ਕਿਤੇ ਕਿਸੇ ਦਾ ਕੋਈ ਨੁਕਸਾਨ ਹੀ ਨਾ ਹੋ ਜਾਏ, ਕਿਉਂਕਿ ਇਧਰੋਂ ਸ਼ਬਦ ਕਿਹਾ ਨਹੀਂ ਤੇ ਉਧਰੋਂ ਹੋਇਆ ਨਹੀਂ। ਉਸ ਅਵਸਥਾ ਵਿੱਚ ਗੁਰੂ ਦੀ ਕਿਰਪਾ, ਅਰਦਾਸ ਦੀ ਬੜੀ ਲੋੜ ਹੈ, ਸਹਿਣ ਸ਼ਕਤੀ ਦੀ ਬੜੀ ਲੋੜ ਹੈ, ਧੀਰਜ ਦੀ ਬੜੀ ਲੋੜ ਹੈ। ਅਸੀਂ ਕਹਿੰਦੇ ਹਾਂ ਵੀ ਰੱਬ ਦਾ ਕੀ ਵਿਗੜਦਾ ਜੇ ਸਾਨੂੰ ਆਪਣੇ ਨੇੜੇ ਲਾ ਲਵੇ। ਰੱਬ ਦਾ ਕੁਝ ਨਹੀਂ ਵਿਗੜਦਾ, ਪਰ ਅਸੀਂ ਨੇੜੇ ਲੱਗ ਗਏ ਤੇ ਪਹਿਲਾਂ ਸਾਨੂੰ ਮਿਲਣੀ ਸ਼ਕਤੀ, ਪਹਿਲਾਂ ਮਿਲਣੀ ਤਾਕਤ, ਤੇ ਤਾਕਤ ਮਿਲਦਿਆਂ ਸਾਰ ਅਸੀਂ ਕੀ ਕਰਾਂਗੇ? ਸਾਡੇ ਦੁਸ਼ਮਣ ਬੜੇ ਨੇ। ਤਾਕਤ ਮਿਲਦਿਆਂ ਸਾਰ ਪਹਿਲਾਂ ਉਹਨਾਂ ਨੂੰ ਕਰਾਂਗੇ ਸਿੱਧਿਆਂ ਵੀ ਹੁਣ ਤਾਕਤ ਮਿਲ ਗਈ, ਪਹਿਲਾਂ ਇਹਨਾਂ ਨੂੰ ਸਰਾਪ ਦਈਏ। ਰੱਬ ਨੂੰ ਸਾਰਾ ਪਤਾ ਸਾਡੀ ਨੀਅਤ ਦਾ। ਉਹ ਸਾਨੂੰ ਆਪਣੇ ਨੇੜੇ ਕਿਉਂ ਨਹੀਂ ਆਉਣ ਦਿੰਦਾ? ਉਹਨੂੰ ਪਤਾ ਹੈ ਵੀ ਜਦੋਂ ਮੇਰੇ ਨੇੜੇ ਆਉਣਗੇ ਤੇ ਮੇਰੇ ਰਾਹ ਵਿੱਚ ਇਹਨਾਂ ਨੂੰ ਸ਼ਕਤੀਆਂ ਮਿਲ ਜਾਂਦੀਆਂ, ਸ਼ਕਤੀਆਂ ਸ਼ਕਤੀਆਂ, ਤਾਕਤਾਂ ਹੀ ਤਾਕਤਾਂ। ਉਹਨਾਂ ਤਾਕਤਾਂ ਨੂੰ ਮਿਲਦਿਆਂ ਹੁਣ ਇਹਨਾਂ ਦਾ ਅੰਦਰ ਤੇ ਸ਼ੁੱਧ ਹੀ ਨਹੀਂ ਹੋਇਆ। ਇਸ ਕਰਕੇ ਗੁਰੂ ਸਾਹਿਬ ਯੋਗ ਨੂੰ ਨਹੀਂ ਮੰਨਦੇ, ਯੋਗ ਮਤ ਨੂੰ। ਕਿਉਂ ਨਹੀਂ ਮੰਨਦੇ? ਯੋਗ ਮਤ ਨੂੰ ਤਾਂ ਨਹੀਂ ਮੰਨਦੇ ਵੀ ਯੋਗ ਮਤ ਜਿਹੜਾ ਉਹ ਪਹਿਲਾਂ ਸ਼ਕਤੀਆਂ ਵਾਸਤੇ ਸਾਧਨਾ ਕਰਦਾ ਤੇ ਅੰਦਰ ਨੂੰ ਸ਼ੁੱਧ ਨਹੀਂ ਕਰਦਾ, ਅੰਦਰ ਨੂੰ ਸ਼ੁੱਧ ਨਹੀਂ ਕਰਦਾ। ਇਸ ਕਰਕੇ ਸ਼ਕਤੀਆਂ ਦਾ ਦੁਰਉਪਯੋਗ ਹੋ ਜਾਂਦਾ, ਠੀਕ ਰਾਹ ਤੇ ਨਹੀਂ ਚੱਲਦੀ। ਪਰ ਜਦੋਂ ਪਹਿਲਾਂ ਮਨ ਸ਼ੁੱਧ ਹੋ ਜਾਏਗਾ ਤੇ ਪਰਤ ਕੇ ਤਾਕਤਾਂ ਮਿਲਣਗੀਆਂ, ਉਹਨਾਂ ਤਾਕਤਾਂ ਦੇ ਨਾਲ ਫਿਰ ਉਹ ਵਿਅਕਤੀ ਸੰਸਾਰ ਦਾ ਭਲਾ ਕਰੇਗਾ, ਲੋਕਾਂ ਦਾ ਭਲਾ ਕਰੇਗਾ। ਤੇ ਜੇ ਮਨ ਸ਼ੁੱਧ ਨਹੀਂ ਤੇ ਕੱਲੀਆਂ ਸ਼ਕਤੀ ਦੀ ਉਪਾਸਨਾ ਕਰ ਲਈ, ਆ ਸਾਰਾ ਤੰਤਰ ਮੰਤਰ ਜੰਤਰ ਸਾਰੇ ਇਲਮ ਇਹ ਹੀ ਚੱਲਦੇ ਨੇ ਪਏ ਦੁਨੀਆ ਦੇ ਵਿੱਚ। ਇਹਨਾਂ ਨੇ ਪੁਆੜੇ ਪਾਏ ਹੋਏ ਨੇ, ਹੋਰ ਕੀ। ਇਹ ਕੱਲੀਆਂ ਸ਼ਕਤੀਆਂ ਨੇ, ਕੱਲੀਆਂ ਰਿੱਧੀਆਂ ਸਿੱਧੀਆਂ ਕਰ ਲਈਆਂ ਇਕੱਠੀਆਂ। ਪਰ ਗੁਰੂ ਸਾਹਿਬ ਨੇ ਜਿਹੜਾ ਰਾਹ ਦਿੱਤਾ ਹੈ, ਉਹ ਰਾਹ ਹੈ ਪਹਿਲਾਂ ਉਸ ਚੀਜ਼ ਨੂੰ ਸ਼ੁੱਧ ਕਰਨਾ ਜਿਹਨੇ ਸ਼ਕਤੀਆਂ ਨੂੰ ਵਰਤਣਾ ਹੈ। ਹਾਂ, ਜਿਹੜਾ ਉਸ ਦਰ ਤੇ ਤੁਰਿਆ ਉਹਨੂੰ ਕਿਸੇ ਸ਼ਕਤੀ ਵਾਲੇ ਦੀ ਪਰਵਾਹ ਨਹੀਂ। ਉਹ ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨਾ ਭਾਈ, ਵਾਹਿਗੁਰੂ ਆਪ ਉਹਦਾ ਰੱਖ ਹੈ, ਉਹਦੀ ਰਾਖੀ ਕਰਦਾ ਹੈ। ਇਹ ਭਰੋਸੇ ਤੇ ਜਿਉਂਦਾ ਹੈ। ਕੇਤਾ ਤਾਣ, ਕਿੰਨੀ ਕੁ ਸ਼ਕਤੀ ਆ ਜਾਂਦੀ ਉਹਦੇ ਵਿੱਚ, ਇਹਦਾ ਕੋਈ ਅੰਤ ਨਹੀਂ। ਜਿਹੜਾ ਪੰਚ ਪ੍ਰਵਾਨ ਹੋਇਆ ਤੇ ਇਸ ਤੋਂ ਕਹਿੰਦੇ ਸਵਾਲਿਓ ਰੂਪ, ਉਹਦੇ ਅੰਦਰ ਇੱਕ ਰੂਪ ਪ੍ਰਗਟ ਹੋ ਜਾਂਦਾ, ਇੱਕ ਸੁੰਦਰਤਾ। ਉਹਨੂੰ ਇੰਜ ਪ੍ਰਤੀਤ ਹੁੰਦਾ ਰਹਿੰਦਾ ਮੈਂ ਬਹੁਤ ਸੁੰਦਰ ਹਾਂ, ਬਹੁਤ ਸੁੰਦਰ ਹਾਂ। ਤੇ ਇਕੱਲਾ ਪ੍ਰਤੀਤ ਨਹੀਂ ਹੁੰਦਾ, ਲੋਕ ਉਹਦੇ ਵੱਲ ਖਿੱਚੇ ਜਾਂਦੇ ਨੇ। ਭਾਵੇਂ ਉਹਦੇ ਨੈਣ ਨਕਸ਼ ਚੰਗੇ ਨਹੀਂ, ਉਹਦਾ ਰੰਗ ਰੂਪ ਚੰਗਾ ਨਹੀਂ ਹੈ, ਤੇ ਮਾਸ ਮਿੱਟੀ ਦਾ ਬੋਤੀ ਹੈ, ਪਰ ਵੇਖੋ ਖਿੱਚ ਕਿੰਨੀ ਪੈਂਦੀ। ਕਲਗੀਧਰ ਪਾਤਸ਼ਾਹ ਖੁਦ ਕਹਿੰਦੇ ਨੇ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ, ਤੂੰ ਸੁੰਦਰਤਾ ਦਾ ਦੀਵਾ ਹੈ ਵਾਹਿਗੁਰੂ। ਤੇ ਜਿਹਦੇ ਅੰਦਰ ਤੂੰ ਪ੍ਰਗਟ ਹੁੰਦਾ ਉਹਦੀ ਬੜੀ ਖਿੱਚ ਪੈਂਦੀ ਸੰਸਾਰ ਨੂੰ। ਸੰਸਾਰ ਦੌੜਦਾ ਉਹਦੇ ਪਿੱਛੇ। ਉਹ ਖਿੱਚ ਨਾਮ ਦੀ, ਉਹ ਸਰੀਰ ਦੀ ਖਿੱਚ ਨਹੀਂ ਹੈ। ਇਸ ਕਰਕੇ ਕਹਿੰਦੇ ਨੇ ਕਿ ਸਵਾਲਿਓ ਰੂਪ, ਉਹਨੂੰ ਫਿਰ ਕਿਸੇ ਬਾਹਰਲੇ ਸ਼ਿੰਗਾਰ ਦੀ ਲੋੜ ਵੀ ਨਹੀਂ ਰਹਿੰਦੀ, ਕਿਸੇ ਸ਼ਿੰਗਾਰ ਦੀ ਜ਼ਰੂਰਤ ਨਹੀਂ, ਕਿਉਂਕਿ ਨਾਮ ਉਹਦਾ ਸ਼ਿੰਗਾਰ ਬਣ ਗਿਆ, ਸੱਚ ਉਹਦਾ ਸ਼ਿੰਗਾਰ ਬਣ ਗਿਆ, ਅੰਦਰ ਉਹਦਾ ਰੰਗਿਆ ਗਿਆ ਚੌਹਾਂ ਪਾਸਿਓਂ ਭਰਪੂਰ, ਉਣਤਾਈ ਕੋਈ ਰਹੀ ਨਹੀਂ। ਇਸ ਤਰ੍ਹਾਂ ਸਵਾਲਿਓ ਰੂਪ ਤੇ ਕੇਤੀ ਦਾਤ, ਦਾਤਾਂ ਕਿੰਨੀਆਂ ਕੁ ਨੇ ਉਹਦੇ ਦਰ ਤੇ। ਉਸ ਮਨੁੱਖ ਕੋਲ ਦਾਤਾਂ ਦੇ ਅੰਬਾਰ ਲੱਗੇ ਹੋਏ ਨੇ, ਮਾਇਆ ਦੇ ਅੰਬਾਰ ਲੱਗੇ ਹੋਏ। ਸਾਰੀ ਕਾਇਨਾਤ ਦੀ ਮਾਇਆ ਤੇ ਮਾਇਆ ਦੀਆਂ ਸ਼ਕਤੀਆਂ ਤੇ ਦਾਤਾਂ ਉਹਦੇ ਦਰ ਤੇ ਖਲੋ ਕੇ ਮੰਗਦੀਆਂ ਨੇ ਵੀ ਸਾਡੀ ਵਰਤੋਂ ਕਰੋ। ਜਾਣੈ ਕੌਣ ਕੂਤ, ਕੂਤ ਦਾ ਅਰਥ ਹੈ ਮਿਣਨ ਵਾਲਾ। ਕੋਈ ਮਿਣਨ ਵਾਲਾ ਐਸਾ ਨਹੀਂ ਕਿ ਉਹਨਾਂ ਸ਼ਕਤੀਆਂ ਨੂੰ ਮਿਣ ਸਕੇ, ਉਹਨਾਂ ਨੂੰ ਉਹਦੀਆਂ ਦਾਤਾਂ ਨੂੰ ਮਿਣ ਸਕੇ। ਉਹ ਕਿੰਨੀਆਂ ਕੁ ਦਾਤਾਂ ਨੇ, ਭਾਵ ਮਿਣਿਆ ਨਹੀਂ ਜਾ ਸਕਦਾ।
ਹਜੂਰ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਇਹ ਜਿਹੜਾ ਪਸਾਰਾ ਕੀਤਾ ਵਾਹਿਗੁਰੂ ਨੇ, ਅਕਾਲ ਪੁਰਖ ਨੇ, ਇਹ ਜਿਹੜਾ ਖਲਾਰਾ ਖਿਲਾਰਿਆ ਸਾਰਾ, ਪਸਾਓ ਦਾ ਅਰਥ ਹੈ ਬਹੁਤ ਸਾਰੇ ਪਾਸਿਆਂ ਨੂੰ ਖਿਲਾਰ ਦੇਣਾ ਸੰਸਾਰ ਨੂੰ। ਕੀਤਾ ਪਸਾਓ, ਜਿਹੜਾ ਪਸਾਰਾ ਉਹਨੇ ਕੀਤਾ ਹੈ, ਇਹਦਾ ਕਵਾਓ ਇੱਕੋ ਹੀ ਹੈ। ਕਵਾਓ ਦਾ ਅਰਥ ਸੈਂਟਰ, ਕੇਂਦਰ। ਕਵਾਓ ਸ਼ਬਦ ਦਾ ਅਰਥ ਹੈ ਆਵਾਜ਼। ਇਹ ਸਾਰੀ ਸ੍ਰਿਸ਼ਟੀ ਇੱਕ ਕਵਾਓ, ਇੱਕ ਆਵਾਜ਼ ਤੋਂ ਪੈਦਾ ਹੋਈ ਹੈ। ਕਵਾਓ ਕੂਣਾ, ਬੋਲਣਾ। ਇੱਕੋ ਕਵਾਓ, ਇੱਕ ਆਵਾਜ਼ ਹੈ ਬ੍ਰਹਿਮੰਡ ਦੇ ਵਿੱਚ, ਜਿਹਨੂੰ ਆਪਾਂ ਪਹਿਲਾਂ ਸਤਨਾਮ ਦੀ ਵਿਆਖਿਆ ਹੋਈ ਹੈ। ਸਤਨਾਮ ਕੀ ਹੈ? ਸਤਨਾਮ ਇੱਕ ਕਵਾਓ ਹੈ, ਇੱਕ ਆਵਾਜ਼ ਹੈ। ਪਰ ਆਹ ਆਵਾਜ਼ ਨਹੀਂ ਜਿਹੜੀ ਇਸ ਕੰਨਾਂ ਨਾਲ ਸੁਣੀ ਜਾ ਸਕੇ। ਉਹ ਆਵਾਜ਼ ਕਿਤੇ ਹੋਰ ਸੂਖਸ਼ਮ ਅੰਦਰਲੇ ਕੰਨਾਂ ਦੇ ਨਾਲ, ਜਿਹੜੇ ਆਤਮਾ ਦੇ ਕੰਨ ਨੇ, ਉਹਨਾਂ ਨਾਲ ਵਿਅਕਤੀ ਸੁਣ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਉਸ ਆਵਾਜ਼ ਨੂੰ ਇਹਨਾਂ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ। ਬੜੇ ਲੋਕ ਭੁਲੇਖੇ ਵਿੱਚ ਪਏ ਨੇ, ਸਾਡੇ ਕੰਨਾਂ ਵਿੱਚ ਅਨਹਦ ਵੱਜਦਾ ਪਿਆ। ਉਹ ਇੱਕ ਐਸੀ ਸ਼ਕਤੀ ਤੇ ਆਵਾਜ਼ ਹੈ, ਕਿਉਂਕਿ ਮਨੁੱਖੀ ਆਤਮਾ ਦੋ ਸੰਯੋਗ ਨਾਲ ਕੰਮ ਕਰ ਰਹੀ, ਇੱਕ ਆਵਾਜ਼ ਤੇ ਇੱਕ ਚਾਨਣ, ਦੋ ਚੀਜ਼ਾਂ ਨੇ ਉਹਦੇ, ਪਰ ਉਹ ਦੋਵੇਂ ਸੂਖਸ਼ਮ ਨੇ। ਆ ਵੀ ਚਾਨਣ ਨਹੀਂ, ਉਹ ਪ੍ਰਕਾਸ਼ ਜਿਹੜਾ, ਜਿਹਨੂੰ ਨਾਮ ਜਪਤ ਕੋੜ ਸੂਰ ਉਜਾਰਾ ਕੇ। ਇਸ ਕਰਕੇ ਇਹ ਸਾਰਾ ਪਸਾਰਾ, ਜਿੰਨੀ ਸ੍ਰਿਸ਼ਟੀ ਬਣੀ ਹੈ, ਉਹ ਕਵਾਓ ਵਿੱਚੋਂ, ਸ਼ਬਦ ਵਿੱਚੋਂ ਪੈਦਾ ਹੋਈ ਹੈ। ਤੇ ਜਿਹੜੇ ਲੋਕ ਜਿਉਂ ਹੀ ਸ਼ਬਦ ਨਾਲ ਸਾਂਝ ਪਾਉਂਦੇ ਨੇ, ਸਾਰੀ ਸ੍ਰਿਸ਼ਟੀ ਉਹਨਾਂ ਦੇ ਹੱਥਾਂ ਵਿੱਚ ਆ ਜਾਂਦੀ ਹੈ। ਸਾਰੀ ਸ੍ਰਿਸ਼ਟੀ ਨੂੰ ਜਾਣ ਲੈਂਦੇ ਨੇ, ਕਿਉਂਕਿ ਉਹਦਾ ਸੈਂਟਰ ਜਿਹੜਾ ਹੈ ਉਹ ਕਵਾਓ ਹੈ, ਉਹਦੇ ਆਲੇ ਦੁਆਲੇ ਸਾਰਾ ਕੁਝ ਘੁੰਮਦਾ ਹੈ। ਇਸ ਕਰਕੇ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਲੱਖਾਂ ਦਰਿਆ ਉਹਦੇ ਵਿੱਚੋਂ, ਲੱਖਾਂ ਜੀਵਨ ਪੈਦਾ ਹੋਏ ਨੇ। ਇੰਨਾ ਵੱਡਾ ਪਸਾਰਾ ਇੱਕੋ ਹੀ ਕਵਾਓ ਵਿੱਚੋਂ ਪੈਦਾ ਹੋਇਆ, ਇੱਕ ਸ਼ਬਦ ਦੇ ਵਿੱਚੋਂ। ਇਸ ਕਰਕੇ ਸ਼ਬਦ ਜਿਹਦੇ ਅੰਦਰ ਵਸ ਗਿਆ, ਸ੍ਰਿਸ਼ਟੀ ਦਾ ਮਾਲਕ ਬਣ ਗਿਆ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਹਜੂਰ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ। ਹੇ ਵਾਹਿਗੁਰੂ ਅਕਾਲ ਪੁਰਖ, ਮੈਂ ਤੇਰੀ ਕੁਦਰਤ ਦੀ ਕੀ ਵਿਚਾਰ ਕਰਾਂ? ਤੇਰੀ ਕੁਦਰਤ ਕਿਵੇਂ ਦੀ, ਇਹਦੀ ਕਿੰਨੀ ਕੁ ਵਿਚਾਰ ਕਰਾਂ? ਭਾਵ ਮੈਂ ਤੇਰੀ ਕੁਦਰਤ ਦੀ, ਤੇਰੀ ਬਣਾਈ ਹੋਈ ਸ੍ਰਿਸ਼ਟੀ ਦੀ ਵਿਚਾਰ ਤੇ ਨਾਪ ਤੋਲ ਨਹੀਂ ਕਰ ਸਕਦਾ। ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਤੇ ਇਹਦੇ ਵਿੱਚ ਉੱਤੋਂ ਇੱਕ ਵਾਰੀ ਵਾਰਨੇ ਵੀ ਨਹੀਂ ਜਾ ਸਕਦਾ। ਮੇਰੇ ਵਿੱਚ ਤੇ ਇੰਨੀ ਵੀ ਸ਼ਕਤੀ ਨਹੀਂ। ਜਾਂ ਮੇਰਾ ਜੀ ਕਰਦਾ ਵੀ ਤੇਰੇ ਤੋਂ ਇੱਕ ਵਾਰੀ ਬਲਿਹਾਰੇ ਜਾਵਾਂ, ਵਾਰਿਆ ਨਾ ਜਾਵਾਂ ਇੱਕ ਵਾਰ। ਜਿਵੇਂ ਆਪਾਂ ਕਹਿੰਦੇ ਹਾਂ ਫਲਾਣਾ ਕੰਮ ਮੈਂ ਕਰ ਤੇ ਨਾ ਲਵਾਂ। ਇੱਥੇ ਇਹਦੇ ਇਹ ਅਰਥ ਵੀ ਬਣਦੇ ਨੇ ਕਿ ਤੇਰੀ ਕੁਦਰਤ ਵੇਖ ਕੇ ਮੈਂ ਤੇਰੇ ਤੋਂ ਕੁਰਬਾਨ ਨਾ ਹੋ ਜਾਵਾਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਜਿਵੇਂ ਤੂੰ ਚਲਾ ਰਿਹਾ ਸ੍ਰਿਸ਼ਟੀ ਨੂੰ, ਸੰਸਾਰ ਨੂੰ, ਜੀਵਨ ਨੂੰ, ਉਹ ਕਾਰ, ਉਹ ਕੰਮ ਬਹੁਤ ਭਲਾ, ਬਹੁਤ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਅਕਾਲ ਪੁਰਖ, ਤੂੰ ਸਦਾ ਸਲਾਮਤ ਨਿਰੰਕਾਰ ਹੈ। ਇਸ ਵਿੱਚ ਉਹ ਮੂਰਖਤਾ, ਜੜਤਾ ਖਤਮ ਹੋ ਜਾਂਦੀ ਹੈ। ਇੱਥੇ ਪੰਜ ਪ੍ਰਵਾਨ ਦੀਆਂ ਪੌੜੀਆਂ ਤੇ ਆ ਕੇ ਜਦੋਂ ਮਨੁੱਖ ਪ੍ਰਵਾਨ ਹੋ ਜਾਂਦਾ, ਚੁਣਿਆ ਜਾਂਦਾ, ਤੇ ਫਿਰ ਉਹ ਏਡੀ ਵੱਡੀ ਸ੍ਰਿਸ਼ਟੀ ਨੂੰ ਵੇਖ ਲੈਂਦਾ ਵੀ ਉਹਦਾ ਹੰਕਾਰ ਝੜ ਪੈਂਦਾ। ਸਭ ਤੋਂ ਇੱਥੇ 16ਵੀਂ ਪੌੜੀ ਤੇ ਆ ਕੇ ਹੰਕਾਰ ਝੜੇਗਾ, ਖਤਮ ਹੋ ਜਾਏਗਾ। ਕਿਉਂ? ਬੇਅੰਤ ਪਸਾਰਾ, ਬੇਅੰਤ ਕੁਦਰਤ, ਬੇਅੰਤ ਲੇਖ, ਬੇਅੰਤ ਜੀਵ ਜੰਤ, ਅਨੰਤ ਧਰਤੀਆਂ ਤੇ ਧਰਮ ਜਿਨਨੇ ਧਰਤੀ ਨੂੰ ਚੁੱਕਿਆ। ਜਦੋਂ ਇਹਦੀ ਪਕੜ ਆਏਗੀ, ਇਹਦੀ ਸਮਝ ਆਏਗੀ, ਜਾਂ ਇਹਦੇ ਭੇਦ ਖੁੱਲਣਗੇ, ਤਾਂ ਫਿਰ ਹੰਕਾਰ ਨਾਂ ਦੀ ਚੀਜ਼ ਨਹੀਂ। ਇਹ ਮਨ ਫਿਰ ਉਹਦੇ ਨਾਲ ਲੀਨ ਹੋਣ ਨੂੰ ਕਰਦਾ। ਤਾਂ ਹੀ ਕਿਹਾ ਵਾਰਿਆ ਨਾ ਜਾਵਾਂ ਏਕ ਵਾਰ, ਕਿਉਂ ਨਾ ਮੈਂ ਤੇਰੇ ਤੋਂ ਇੱਕ ਵਾਰੀ ਬਲਿਹਾਰ ਹੋ ਜਾਵਾਂ। ਤੇਰੀ ਇਸ ਕੁਦਰਤ ਤੇ ਪਸਾਰਿਆਂ ਨੂੰ ਵੇਖ ਕੇ ਤੇਰੇ ਚਰਨਾਂ ਤੇ ਝੁਕ ਜਾਵਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।